ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਆਦਿ ਸਚ ਜੁਗਾਦਿ ਸਚ ਸਚ ਨਾਨਕ ਹੋਸੀ ਵੀ ਸਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪ ਆਦਿ ਸਚ ਜੁਗਾਦਿ ਸਚ ਹੈਪੀ ਸਚ ਨਾਨਕ ਹੋਸੀ ਵੀ ਸਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪ ਆਦਿ ਸਚ ਜੁਗਾਦਿ ਸਚ ਹੈਪੀ ਸਚ ਨਾਨਕ ਹੋਸੀ ਵੀ ਸਚ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਕੋੜ ਬਿਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗ। ਗੁਰੂ ਸਾਹਿਬ ਦੋ ਬਚਨਾਂ ਦੇ ਵਿੱਚ ਬੜੀ ਕਿਰਪਾ ਕਰ ਰਹੇ ਆ। ਕਹਿੰਦੇ ਭਾਈ ਰੋਜ਼ ਇਸ਼ਨਾਨ ਕਰ ਤੇ ਵਾਹਿਗੁਰੂ ਨੂੰ ਸਿਮਰ। ਹੁਣ ਦੱਸੋ ਇਸ਼ਨਾਨ ਇੱਕ ਟਾਈਮ ਕਿ ਦੋ ਟਾਈਮ? ਇੱਕ ਅੰਮ੍ਰਿਤ ਵੇਲੇ, ਇੱਕ ਸ਼ਾਮ ਨੂੰ ਸੰਧਿਆ ਤੋਂ ਪਹਿਲਾਂ। ਫਿਰ ਸੰਧਿਆ ਵਿੱਚ ਹਾਜ਼ਰ ਹੋ ਜਾ। ਸ਼ਾਮ ਦਾ ਇੱਕ ਕਥਾ ਸੁਣ, ਕੀਰਤਨ ਕਰ, ਰਹਿ ਰਸ ਕਰ, ਕੀਰਤਨ ਸੋਲਾ ਪੜ ਤੇ ਤੇਰੇ ਸ਼ਾਮ ਦੀ ਭਗਤੀ ਪ੍ਰਵਾਣੀ ਅੰਮ੍ਰਿਤ ਵੇਲੇ ਵਾਲੀ ਏ। ਜਪਜੀ ਸਾਹਿਬ ਪੜ, ਪੰਜ ਬਾਣੀਆਂ ਦਾ ਜਾਪ ਕਰ, ਸੁਖਮਨੀ ਸਾਹਿਬ ਪੜ, ਆਸਾ ਦੀ ਵਾਰ ਕੀਰਤਨ ਕਰ। ਇਹ ਅੰਮ੍ਰਿਤ ਵੇਲੇ ਦਾ ਜਾਪ ਹੈ। ਇਸ਼ਨਾਨ ਕਰਕੇ ਫਿਰ ਕਹਿੰਦੇ ਤੈਨੂੰ ਮਨ ਦਾ ਵੀ ਕੋਈ ਰੋਗ ਨਹੀਂ ਤੇ ਤਨ ਦਾ ਵੀ ਪਤਾ। ਮਨ ਦਾ ਕੀ ਹਾਲ ਹੈ, ਮਨ ਕੀ ਕੁਝ ਕਰਦਾ ਹੈ। ਮਨ ਰੋਂਦਾ ਹੈ, ਮਨ ਬਿਲਕਦਾ ਹੈ, ਮਨ ਕਲਪਨਾ ਕਰਦਾ ਹੈ, ਮਨ ਤੜਫਦਾ ਹੈ, ਮਨ ਲੋਚਦਾ ਹੈ, ਮਨ ਕਹਿੰਦਾ ਧਨ ਚਾਹੀਦਾ ਹੈ। ਤੇਰਾ ਰੋਗ ਹੀ ਚੱਲ ਖਤਮ ਹੋ ਜਾਏਗਾ। ਇਹ ਮਨ ਰੋਗੀ, ਇਹਦਾ ਰੋਗ ਤਾਂ ਜਾਏਗਾ ਜੇ ਇਸ ਨੂੰ ਸਤਿਗੁਰੂ ਮਿਲੇਗਾ। ਸਤਿਗੁਰੂ ਮਿਲੇਗਾ ਤਾਂ ਜੇ ਇਸ ਨੂੰ ਅੰਮ੍ਰਿਤ ਵੇਲਾ ਮਿਲੇਗਾ। ਗਵਾਉਣੇ ਨਹੀਂ ਜ਼ਿੰਦਗੀ 'ਚ। ਪੱਲੇ ਗੰਢ ਬੰਨ ਲਓ ਕਿ ਦੋ ਵਕਤ ਨਹੀਂ ਗਵਾਉਣੇ। ਅੰਮ੍ਰਿਤ ਵੇਲੇ ਨਾਲੋਂ ਔਖਾ ਸ਼ਾਮ ਦਾ ਵੇਲਾ ਜੀ। ਇਹ ਹੈ ਸੰਸਾਰੀ ਨੀਂਦਰ। ਤੇ ਸ਼ਾਮਾਂ ਦੀ ਅਗਿਆਨਤਾ ਦੇ ਅੰਧੇਰ ਵਿੱਚ ਬੰਦਾ ਸੁੱਤਾ ਹੁੰਦਾ ਹੈ। ਤੰਦਿਆਂ 'ਚ ਫਸਿਆ ਸ਼ਾਮੀ ਉੱਠਣਾ ਜ਼ਿਆਦਾ ਔਖਾ ਹੈ। ਸ਼ਾਮੀ ਜਾਗਣਾ, ਨਿਕਲ ਕੇ ਭਗਤੀ ਕਰਨੀ, ਇਸ਼ਨਾਨ ਕਰਨਾ, ਇਹ ਬਹੁਤ ਔਖਾ ਹੈ ਕਿ ਸਮੇਂ ਨਾਲ ਕੰਮ ਧੰਦੇ ਛੱਡਦੇ ਹਾਂ, ਸਮੇਂ ਨਾਲ ਇੱਧਰ ਉੱਧਰ ਦੀਆਂ ਮਜਬੂਰੀਆਂ ਛੱਡਦੇ ਹਾਂ, ਆਪਦੇ ਗੁਰੂ ਦੇ ਚਰਨਾਂ 'ਚ ਹਾਜ਼ਰ ਹੋ ਜਾ। ਸਤਿਗੁਰੂ ਕਹਿੰਦੇ ਦੋਨੋਂ ਵਕਤ ਤੂੰ ਸੰਭਾਲ ਤੇ ਤੈਨੂੰ ਇੱਥੇ ਵੀ ਸਾਰਾ ਦਿਨ ਸਾਰੀ ਰਾਤ ਗੁਰੂ ਸੰਭਾਲੇਗਾ ਤੇ ਜਨਮ ਜਨਮ ਤੈਨੂੰ ਸੰਭਾਲੇਗਾ। ਭਗਤੀ ਨਾਲ ਹੀ ਸੁੱਖ ਹੈ, ਬਿਨਾਂ ਭਗਤੀ ਤੋਂ ਸੁੱਖ ਨਹੀਂ। ਜਿੰਨੇ ਪਾਠੀ ਸਿੰਘ, ਜਿੰਨੇ ਰਾਗੀ ਸਿੰਘ, ਜਿੰਨੇ ਸੰਸਾਰੀ ਜੀਵ, ਸਾਰਿਆਂ ਦੇ ਕੋਈ ਨਿਯਮ ਹੈ। ਪੀਰ ਫਕੀਰ ਮਹਾਂਪੁਰਖਾਂ ਨੇ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਦੁਨੀਆ ਨੂੰ
ਦੁਨਿਆਵੀ ਲੋਕਾਂ ਨੂੰ ਪੰਡਤ ਨੂੰ ਦਾਨ ਦੇਣਾ ਚਾਹੀਦਾ, ਬ੍ਰਾਹਮਣ ਨੂੰ। ਉਹ ਦਿੱਤਾ ਪਰਮਾਤਮਾ ਨੂੰ ਮਿਲਦਾ। ਜੋ ਤੂੰ ਪੰਡਤ ਬ੍ਰਾਹਮਣ ਨੂੰ ਦੇਵੇਂਗਾ ਉਹ ਰੱਬ ਨੂੰ ਮਿਲੇਗਾ। ਇਹ ਉਹਨਾਂ 'ਚ ਲਿਖਿਆ ਗ੍ਰੰਥਾਂ 'ਚ। ਗੁਰੂ ਸਾਹਿਬ ਨੇ ਕਿਹਾ ਵੀ ਨਹੀਂ, ਤੂੰ ਜੋ ਗੁਰਸਿੱਖਾਂ ਨੂੰ ਮਹਾਂਪੁਰਖਾਂ ਨੂੰ ਦੇਵੇਂਗਾ ਉਹ ਪਰਮਾਤਮਾ ਗੁਰੂ ਕੋਲ ਜਾਏਗਾ, ਨਿਰੰਕਾਰ ਕੋਲ ਜਾਏਗਾ। ਦਾਨ ਦਿਓ ਇਨਹੀਂ ਕੋ ਪੜੋ। ਜਿਹੜਾ ਦਾਨ ਦੇਣਾ ਨਾ ਉਹ ਇਹਨਾਂ ਨੂੰ ਗੁਰਸਿੱਖਾਂ ਨੂੰ ਹੀ, ਇਹੀ ਨੇ ਸਰਬੋਤਮ। ਹੁਣ ਹਰ ਇੱਕ ਨੂੰ ਦਾਨ ਕਰਨਾ ਚਾਹੀਦਾ। ਸੰਸਾਰੀ ਜੀਵ ਸੰਤਾਂ ਮਹਾਂਪੁਰਖਾਂ ਨੂੰ, ਗੁਰਸਿੱਖਾਂ ਨੂੰ ਦਾਨ ਦੇਣਗੇ, ਤੇ ਗੁਰਸਿੱਖ ਸੰਤ ਕਿਹਨੂੰ ਦਾਨ ਦੇਣਗੇ? ਜਿਹੜੇ ਰਾਗੀ ਸਿੰਘੇ, ਪਾਠੀ ਸਿੰਘੇ ਸਭ ਭੇਟਾ ਲੈਂਦੇ ਆ। ਦੁਨੀਆ ਦਾ ਜਿਹੜਾ ਤਾਣੇ ਦਾਨ ਉਹ ਸਫਲ ਹੁੰਦਾ ਹੈ ਜਦੋਂ ਪਾਠੀ ਸਿੰਘ ਪਾਠ ਕਰਨ ਵਾਲੇ ਨੂੰ, ਕੀਰਤਨ ਕਰਨ ਵਾਲੇ ਨੂੰ ਭੇਟਾ ਦਿੰਦਾ ਹੈ। ਉਹਨੂੰ ਭੇਟਾ ਲੈਂਦਾ ਹੈ ਸੰਸਾਰ ਤੋਂ, ਭੇਟਾ ਦਿੰਦਾ ਹੈ ਕੀਰਤਨੀਆਂ ਰਾਗੀ ਸਿੰਘਾਂ ਨੂੰ ਸਾਰਾ ਸੰਸਾਰ। ਤੇ ਰਾਗੀ ਸਿੰਘਾਂ ਨੂੰ ਕਿੱਥੇ ਦਾਨ ਦੇਣਾ ਚਾਹੀਦਾ? ਪਾਠੀ ਸਿੰਘਾਂ ਨੂੰ। ਇਹ ਤਾਂ ਫਿਰ ਕਹਿੰਦੇ ਗੰਗਾ ਕਹਿੰਦੀ ਮੇਰੀ, ਮੈਂ ਲੋਕਾਂ ਦੀ ਮੈਲ ਧੋਣੀ ਆ। ਆਖਿਆ ਗੰਗਾ ਤੇਰੀ ਮੈਲ ਕੌਣ ਧੋਂਦਾ ਹੈ? ਅਖੀਰ ਤੂੰ ਵੀ ਮੈਲੀ ਹੁੰਦੀ ਹੋਏਗੀ ਨਾ, ਤੂੰ ਪਰਮਾਤਮਾ ਦਾ ਹੈ ਨਹੀਂ। ਹਮਰੀ ਮੈਲ ਸਾਧੂ ਕੀ ਤੂਰ ਗਵਾਈ। ਗੰਗਾ ਕਹਿੰਦੀ ਮੇਰੀ ਮੈਲ ਮਹਾਂਪੁਰਸ਼ਾਂ ਦੀ ਧੂੜੀ ਜਿਹੜੀ ਹੈ ਨਾ ਉਹ ਧੋਂਦੀ ਹੈ। ਸਾਧੂਆਂ ਦੀ ਮੈਲ ਕੌਣ ਧੋਂਦਾ ਹੈ? ਉਹ ਨਾਮ ਜਪਦੇ ਆ, ਜਪਾਉਂਦੇ ਆ, ਉਹਨਾਂ ਦੀ ਮੈਲ ਧੋਤੀ ਜਾਂਦੀ। ਨਾਮ ਜਪ ਕੇ ਮਹਾਂਪੁਰਖ ਆਪਦੀ ਮੈਲ ਉਤਾਰਦੇ ਆ। ਬਾਬਾ ਜੀ ਕਹਿੰਦੇ ਵੀ ਪਾਠੀ ਸਿੰਘ, ਰਾਗੀ ਸਿੰਘ, ਕੀਰਤਨੀਏ ਜਿਹੜੇ ਲੋਕਾਂ ਤੋਂ ਭੇਟਾ ਲੈਂਦੇ ਆ, ਇਹਨਾਂ ਨੂੰ ਵੀ ਦਸਵੰਧ ਦੇਣਾ ਚਾਹੀਦਾ। ਇਹਨਾਂ ਨੂੰ ਜਿਹੜੇ ਕਮਾਈ ਵਾਲੇ ਸਾਧੂ ਸੰਤ, ਨਾਮ ਜਪਣ ਜਪਾਉਣ ਵਾਲੇ ਆ, ਉੱਥੇ ਆਪਣੀ ਭੇਟਾ ਦੇਣੀ ਚਾਹੀਦੀ, ਦਸਵੰਧ ਕਰਨਾ ਚਾਹੀਦਾ। ਫਿਰ ਇਹਨਾਂ ਨੂੰ ਮਾਇਆ ਸੁਖਦਾਈ ਹੁੰਦੀ। ਜਿੰਨੀ ਵੀ ਮਾਇਆ ਪਰਮੇਸ਼ਰ ਦੇਵੇ ਪਾਠੀ ਸਿੰਘਾਂ ਨੂੰ, ਰਾਗੀ ਸਿੰਘਾਂ ਨੂੰ, ਉਹ ਸੰਤਾਂ ਮਹਾਂਪੁਰਸ਼ਾਂ ਵਾਸਤੇ। ਤੇ ਸੰਤ ਮਹਾਂਪੁਰਸ਼ ਕਿੱਥੋਂ ਵਾਰਦੇ ਆ, ਕਿੱਥੇ ਦਾਨ ਦਿੰਦੇ ਆ? ਉਹ ਸਾਧ ਸੰਗਤ ਦੇ ਉੱਤੇ। ਆਖੋ ਸੀ ਸਾਰੀ ਸਾਧ ਸੰਗਤ ਨੂੰ ਦਾਨ ਦਿੰਦੇ ਆ, ਭੇਟਾ ਕਰਦੇ ਆ। ਇਹ ਪਰਮਾਤਮਾ ਕੋਲ ਜਾਏਗਾ। ਸਾਧੂ ਸੰਤ ਮਹਾਂਪੁਰਸ਼ ਬਿਲਡਿੰਗਾਂ ਬਣਾਉਂਦੇ ਆ, ਵਿਦਿਆ ਪੜ੍ਹਾਉਂਦੇ ਆ, ਲੰਗਰ ਚਲਾਉਂਦੇ ਆ, ਉਹ ਦਾਨ ਦਿੰਦੇ ਆ, ਸਾਧ ਸੰਗਤ ਤੇ ਲੇਖੇ ਲਾਉਂਦੇ, ਉਹ ਪਰਮਾਤਮਾ ਕੋਲ ਜਾਂਦਾ। ਇਸ ਕਰਕੇ ਭਾਈ ਨਾਮ ਦਾਨ ਇਸ਼ਨਾਨ ਦਰੜਾਇਆ। ਗੁਰੂ ਸਾਹਿਬ ਨੇ ਇਸ਼ਨਾਨ ਤੇ ਨਾਮ ਤੇ ਦਾਨ ਦ੍ਰਿੜ ਕਰਾਇਆ ਹੈ। ਅਸੀਂ ਜਦੋਂ ਛੋਟੇ ਛੋਟੇ ਮਹਾਂਪੁਰਖਾਂ ਕੋਲ ਸੀ, ਜਿਹੜੇ ਰਾਗੀ ਸਿੰਘ ਕੀਰਤਨੀ, ਉਹਨਾਂ ਨੇ ਬਾਬਾ ਜੀ ਕੋਲ ਆਉਣਾ, ਟੋਕਰੀਆਂ ਫੜਾਂ ਦੀਆਂ ਤੇ ਦਸਵੰਧ ਲੈ ਕੇ ਆਉਂਦੇ ਸੀ। ਲੋਕਾਂ ਤੋਂ ਲੈਂਦੇ ਸੀ, ਮਹਾਂਪੁਰਸ਼ਾਂ ਕੋਲ ਲੈ ਕੇ ਆਉਂਦੇ ਸੀ ਤੇ ਨਿਰਮਲ ਹੋ ਕੇ ਜਾਂਦੇ ਸੀ। ਮੈਲ ਉਤਰਦੀ। ਜਿੰਨੇ ਪਾਠੀ ਸਿੰਘ ਬਾਹਰ ਜਾਂਦੇ ਸੀ, ਸੰਗਤਾਂ ਬਹੁਤ ਭੇਟਾ ਦਿੰਦੀਆਂ ਸੀ। ਫਿਰ ਉਹ ਸਾਰੇ ਪਾਠੀ ਸਿੰਘ ਭੇਟਾ ਵੰਡ ਕੇ ਗੁਰੂ ਦੇ ਨਾਂ ਦੀ ਭੇਟਾ ਕੱਢ ਕੇ ਨਾਨਕਸਰ ਸਾਬਣ ਤੇਲ ਲਈ ਆਉਂਦੇ ਸੀ। ਲੋੜ ਅਨੁਸਾਰ ਵਰਤਣ ਵਾਲੀਆਂ ਵਸਤੂ ਉਹ ਪਾਠੀ ਸਿੰਘ ਲੈ ਕੇ ਆਉਂਦੇ ਸੀ। ਇਹ ਕੰਮ ਛੋਟੇ ਛੋਟੇ ਨੇ, ਫਾਇਦੇ ਇਹਨਾਂ ਦੇ ਵੱਡੇ ਵੱਡੇ। ਇੱਕ ਵਾਰੀ ਜਪ ਲਓ, ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ
ਗੁਰ प्रसाद जप आद सच जुगाद सच है पी सच नानक होसी पी सच। मैं अपने घर गया ते वापस आना सी बाबा जी को, ते मेरे मन आया भी मैं खाली हाथ ना जाऊं। पहली बार सूरजमुखीया लाया सी साडे घरे, ते वो सूरजमुखीया जिहड़ा सी उहदा मैं थैला भर लिया ते अपने घरों तुर पिया। उम्र छोटी सी, न्याणा सी। बाबा जी दे कोल लैके आया, मत्था टेकिया ते महापुरुषां दे तां वर ही सब कुछ हुंदा है। बचन ही बलवान होंदे आ। बाबा जी कहते आओ संत सजान सिंह जी, आखो सी रुतबा दिता महापुरखा ने प्रसन्न होके। इवें कई बारी पहली बारी जदों कथा की ते सवेरे सवेरे अमृत वेले असी बाबा जी दे कोल ही रहिंदे सी। पहलों एक कमरे च रहिंदे सी, फिर जदों थोड़े जे सियाणे होए माड़े जी, दाड़ी दूड़ी आउण लगी, फिर दूसरे कमरे च जिवें बच्चिआं नूं कोई संभालदा है, मां गोदी च रखदी, वड्डा होवे फिर थोड़ा वड्डा हो के फिर वखरे कमरे चला जाता है। शाम नूं कथा कीती, बाबा जी दा भजन सी। सवेरे बाबा जी 5 लड्डू अमृतसर तो पिन्नियां आउंदियां सी, बदामां ते कई कुछ बनिया हुईयां, बड़ियां मशहूर पिन्नियां सी उत्थों दियां। बाबा जी 5 लड्डू देसी घ्यो दे ते सारा ड्राई फ्रूट दे बने हुए 5 पिन्नियां दे के कहते तेरे कथनी दा इनाम है। आखो सी भुखा ही खत्म हो जाती है। सदा कुर्बान किया गुरु बिटो जिस दियां वड़ियाई, कर शान सुख मनाए वसिया इच्छा सब पुजाई। सारिया दुखों से भुखा दूर करना महापुरुष, पूर्ण महापुरुष कहते पहली गल तो मिलते नहीं, मिल जान ते समझो हीरे रत्ना दी खान लभ गई। हीरे रतन लबन साधु संग प्राप्ति। साधु संगत मिलिए हीरे रतन लभ के, हीरे रतन हीरे रतन मिल गई, खान मिल गई, खजाना हथ लग गया। पता ही नहीं की कोई देणगे, पता ही नहीं किनिया को कृपा करनी। सह वस्तु सह दित्तियां, पर असी फिर ला लेने चित। सह वस्तु सह दित्तियां मैं तिस्यो लाया चित जी। नहीं, चित मालक नाल ला जिन्हें सारिया वस्तु दित्तियां। उन्हें कहा मां आख्या नहीं, मां जे किते रब मन विच वस जाए ना ते बड़ियां कृपा होंदियां। कहंदी क्या ए मां मेरी, मेरा साईं अलख पार,
ਭੋਰੀ ਮਨ ਵਸੇ ਦੁਖ ਦਰਦ ਰੋਗ ਮਾਏ ਮੈਂਡਾ ਹਬ ਨਸੇ। ਸਾਰੇ ਦੁੱਖ ਦਰਦ ਰੋਗ ਮੇਰੇ ਮਾਂ ਨਾਸੀ ਗਏ ਜਦੋਂ ਮੇਰਾ ਸਾਈਂ ਮੇਰੇ ਮਨ 'ਚ ਵਸਿਆ। ਫਿਰ ਉਹਨੇ ਮੇਰੀ ਕਿਤੇ ਗੱਲ ਸੁਣ ਲਈ, ਬੇਨਤੀ ਸੁਣ ਲਈ। ਬਿੰਦ ਕੋ ਗੱਲ ਸੁਣੀ ਸੱਚੇ ਤਿਸ ਧਣੀ, ਸੁਖੀ ਹੂੰ ਸੁਖ ਪਾਏ ਨਾ ਮਾਏ ਕੀਮ ਗਣੀ। ਉਹ ਨੀ ਮਾਂ ਮੈਨੂੰ ਇੰਨੇ ਸੁੱਖ ਦੇ ਗਿਆ, ਇੰਨੇ ਸੁੱਖ ਦੇ ਗਿਆ, ਮੈਂ ਤਾਂ ਗਿਣਤੀ ਨਹੀਂ ਕਰ ਸਕਦਾ, ਕੀਮਤ ਨਹੀਂ ਦੇ ਸਕਦਾ। ਮੇਰੀ ਥੋੜੀ ਜੀ ਗੱਲ ਸੁਣ ਕੇ ਉਹਨੇ ਮੈਨੂੰ ਇੰਨੇ ਸੁੱਖ ਦਿੱਤੇ। ਹਉ ਬੰਜਾ ਕੁਰਬਾਨ ਸਾਈਂ ਆਪਣੇ, ਮੈਂ ਆਪਦੇ ਸਾਈਂ ਤੋਂ ਕੁਰਬਾਨ ਜਾਵਾਂ। ਹੋਵੇ ਆਨੰਦ ਕਣਾ ਮਨ ਤਨ ਜਾਪਣੇ। ਬੜਾ ਆਨੰਦ ਆਉਂਦਾ ਹੈ ਜੇ ਮਨ ਤਨ ਨਾਲ ਜਪੀਏ। ਕਹਿੰਦੇ ਭਾਈ ਤੈਨੂੰ ਮਿਲਿਆ ਗੁਰੂ, ਸਾਧੂ, ਮਹਾਂਪੁਰਸ਼, ਰੱਬ ਦਾ ਪਿਆਰਾ, ਬਖਸ਼ੀ ਹੋਈ ਰੂਹ। ਹੁਣ ਤੂੰ ਕੀ ਕਰਨਾ ਹੈ? ਹੁਣ ਤੂੰ ਪੂਜਾ ਕਰਨੀ ਹੈ ਗੁਰੂ ਦੀ, ਤੇ ਪਰਮੇਸ਼ਰ ਜਾਣ ਕੇ ਕਰਨੀ ਹੈ, ਤੇ ਮਨ ਤਨ ਨਾਲ ਪਿਆਰ ਲਾ ਕੇ ਕਰਨੀ। ਬੰਦੇ ਚੱਟੀਆਂ ਨਹੀਂ ਪੜਨੀ। ਹਾਏ ਕਰਨੀ ਪੈਣੀ ਹੈ, ਬੜਾ ਔਖਾ ਹੈ, ਬੜੇ ਸਮੇਂ ਤੋਂ ਕਰੀ ਜਾ ਰਹੇ ਹਾਂ, ਗੱਲ ਹੀ ਨਹੀਂ। ਇਹ ਤਾਂ ਬੰਦਿਸ਼ਾਂ ਨੇ। ਜਿਹੜੇ ਪਿਆਰ ਦੇ ਆ ਭੇਟਾਂ ਨੇ ਬਹੁਤਾ ਵੱਖਰੀਆਂ ਹੀ ਨੇ। ਪੜੋ ਗੁਰ ਪਰਮੇਸ਼ਰ ਪੂਜੀਏ, ਮਨ ਤਨ ਲਾਏ ਪਿਆਰ। ਸ਼ਾਸ਼ਿਤ ਕਰ ਬਾਜਾ ਪੜ ਕੇ। ਗੁਰ ਪਰਮੇਸ਼ਰ ਪੂਜੀਏ, ਮਨ ਤਨ ਲਾਏ ਪਿਆਰ। ਗੁਰ ਪਰਮੇਸ਼ਰ ਪੂਜੀਏ, ਮਨ ਤਨ ਲਾਏ ਪਿਆਰ। सतगुरु दाता जी का सच्चा गुरु दाता अंदर जिंद जानदा ही कोई नहीं। जी दियां बातां नूं जानदा उहदे बगैर, बाहलियां ही देखदे आ सारा संसार। जी की बिरथा दा जी दा मालकी जानेगा। सतगुरु दाता जी का सबसे दे आधार। तेरी अंदर दी पीड़ा नूं ओही जानदा है, अंदर दी गल नूं ओही जानदा, अंदर दे दुख ओही समझदा है। दुनिया नहीं समझदी। दुनिया तो कोई भी बोल सकती, कोई भी कह सकती। सतगुरु दाता जी का सबसे दे अदा। कहते फिर करना की है? भजन सतगुरु दे कमाने है ही करनी सारे, होर करनिया नहीं कोई, पर भजन कमाई जाने। सतगुरु भजन कमावने यह करनी सार ते मन तन ला के प्यार। पूज अपने गुरु नूं परमेश्वर जान के। पढ़ो जी। गुर परमेश्वर पूजिए, मन तन लाए प्यार। 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 सत
सतगुरु दाता जी का सबसे दे आधार। सतगुरु दाता जी का सबसे दे आधार। गुरु पूजिए मन तन लाए प्यार। गुर परमेश्वर पूजिए मन तन लाए प्यार। गुरु परमेश्वर पूजिए मन तन लाए प्यार। गुरु परमेश्वर पूजिए मन तन लाए प्यार। ਨਾਮਦੇਵ ਨੇ ਪੁੱਛਿਆ ਭਗਵਾਨ ਦਰਸ਼ਨ ਦਿੰਦੇ ਸੀ ਗਾਇਬ ਹੋ ਜਾਂਦੇ ਸੀ। ਨਾਮਦੇਵ ਕਹਿੰਦਾ ਜੀ ਤੁਸੀਂ ਦੁਨੀਆ ਵਿੱਚ ਵੀ ਕਿਤੇ ਰਹਿੰਦੇ ਹੋ। ਬੜੀਆਂ ਮੁਸ਼ਕਲਾਂ ਨਾਲ ਜਦ ਕੋਈ ਭੀੜ ਬਣਦੀ ਤੁਹਾਨੂੰ ਯਾਦ ਕਰੀਦਾ, ਤੁਸੀਂ ਆਉਂਦੇ ਜੇ ਦਰਸ਼ਨ ਦਿੰਦੇ ਜੇ। ਪਰ ਕੋਈ ਇਹੋ ਜਿਹਾ ਤੁਹਾਡਾ ਰੂਪ ਹੋਵੇ ਜਿਹੜਾ ਮੈਂ ਦਰਸ਼ਨ ਕਰੀ ਜਾਵਾਂ, ਆਨੰਦ ਲਈ ਜਾਵਾਂ। ਮੈਨੂੰ ਪ੍ਰਤੱਖ ਸਰੂਪ ਚ ਮਿਲੋ, ਸਰਗੁਣ ਸਰੂਪ ਚ। ਤੇ ਰੱਬ ਜੀ ਅੱਗੋਂ ਬੋਲੇ, ਕਹਿੰਦੇ ਨਾਮਦੇਵ ਦਾਸ ਨਿੰਨ ਮੇਰੋ ਨਿਜ ਰੂਪ। ਜਿਹੜੇ ਮੇਰੇ ਦਾਸ ਭਗਤੀ ਕਰਨ ਵਾਲੇ ਆ ਉਹ ਮੇਰਾ ਰੂਪ ਨੇ। ਅਨੰਨ ਦਾਸ ਮੇਰੇ ਰੂਪ ਨੇ, ਮੇਰੇ ਰੰਗ ਵਿੱਚ ਰਤੇ ਨੇ। ਤੂੰ ਉਹਨਾਂ ਨੂੰ ਗੁਰੂ ਧਾਰਨ ਕਰ। ਜੀ ਤੁਸੀਂ ਮੈਨੂੰ ਦੱਸ ਦਿਓ, ਮੈਂ ਉੱਥੇ ਚਲਾ ਜਾਵਾਂ ਤੇ ਮੈਂ ਗੁਰੂ ਧਾਰਨ ਕਰ ਲਵਾਂ। ਭਗਵਾਨ ਕਹਿੰਦੇ ਠੀਕ ਹੈ ਨਾਮਦੇਵ ਤੂੰ ਗੁਰੂ ਧਾਰਨ ਕਰ, ਅਸੀਂ ਤੈਨੂੰ ਦੱਸਨੇ। ਗੁਰੂ ਇਹ ਵਸੋਬਾ ਖੇਚਰ ਤੇ ਇਹ ਸਮੇਂ ਆਉਂਦਾ ਨਾਗਨਾਥ। ਨਾਮ ਉਹਦਾ ਵਸੋਬਾ ਖਿਚਰ, ਉਹ ਮੇਰਾ ਦਾਸ ਹੈ। ਆਖੋ ਸੀ ਉਹ ਮੇਰਾ ਰੂਪ ਹੈ। ਆਉਂਦਾ ਨਾਗਨਾਥ ਭਗਵਾਨ ਦੀ ਭਗਤੀ ਵਿੱਚ ਹਰ ਵੇਲੇ ਲੀਨ। ਇਹੋ ਜਿਹੇ ਮੰਦਰ ਨਹੀਂ ਸੀ ਉਦੋਂ, ਬਿਲਕੁਲ ਸਾਦਗੀ। ਕੋਈ ਟਾਵਾਂ ਯਾਤਰੂ ਆਉਂਦਾ ਸੀ ਤੇ ਵਸੋਬਾ ਖੇਚਰ ਜੀ ਇੱਥੇ ਭਗਤੀ ਕਰਦੇ ਆ। ਨਾਮਦੇਵ ਕਹਿੰਦਾ ਜੀ ਮੈਂ ਭੁੱਲ ਜਾਵਾਂਗਾ, ਭੜਕ ਜਾਵਾਂਗਾ। ਕਲਯੁਗੇ ਮੇਰੀ ਮੱਤ ਫਿਰ ਜਾਏਗੀ, ਤੁਸੀਂ ਭਗਵਾਨ ਮੇਰੇ ਨਾਲ ਚੱਲੋ। ਪੰਢਰਪੁਰ ਤੋਂ ਚੱਲੇ ਤੇ ਭਗਵਾਨ ਇਤਿਹਾਸ 'ਚ ਲਿਖਿਆ ਹੈ ਕੋਈ ਫਰਕ ਨਾਲ ਪਿੱਛੇ ਹੀ ਬਹਿ ਗਏ। ਆਖੋ ਸੀ ਕਹਿੰਦੇ ਨਾਮਦੇਵ ਤੂੰ ਇਕੱਲਾ ਜਾ। ਜਦੋਂ ਮੈਂ ਗੱਲ ਪੜ੍ਹੀ ਨਾ ਵੀ ਭਗਵਾਨ ਪਿੱਛੇ ਬਹਿ ਗਏ, ਮੈਂ ਕਿਹਾ ਇੱਥੇ ਬੈਠੇ ਹੋਣੇ ਆ। ਨਾਮਦੇਵ ਨੂੰ ਅੰਦਰ ਮੰਦਰ ਤੇ ਉੱਥੇ ਭੇਜਤਾ। ਇਹੀ ਰਸਤਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਇਸ ਰਸਤੇ ਤੇ ਹੀ ਲੰਘੇ ਆ। ਇੱਥੋਂ ਮੰਦਰ ਕੋਲ ਹੀ ਲੰਘੇ ਆ, ਹੰਗੋਲੀ ਤੋਂ ਪੂਰਨਾ ਨੂੰ ਗਏ ਆ। ਗੁਰੂ ਨਾਨਕ ਸਾਹਿਬ ਵੀ ਗੁਰੂ ਪੀਰਾਂ ਦੀ ਸ਼ਕਤੀਆਂ ਤੋਂ ਬਗੈਰ ਐਵੇਂ ਕੋਈ ਸਥਾਨ ਪ੍ਰਗਟ ਨਹੀਂ ਹੁੰਦਾ। ਮੰਦਰ ਵਿੱਚ ਦਰਸ਼ਨ ਕਰਨ ਆਏ ਬਾਬਾ ਖੇਮ ਸਿੰਘ ਜੀ ਨਾਲ ਸੀ, ਗੱਡੀਆਂ ਵਿੱਚ ਬੈਠੇ ਸੀ। ਸਾਡੀਆਂ ਗੱਡੀਆਂ ਹੌਲੀ ਕਰਾ ਕੇ ਨਾ ਤੇ ਉੱਥੇ ਜੀ ਇੱਧਰੋਂ ਸਿੱਧੇ ਜਾ ਰਹੇ ਸੀ, ਸਿੱਧੇ ਗਏ ਸੀ। ਆ ਚੌਂਕ ਜੇ ਕੋਲ ਨਾ ਗੱਡੀਆਂ ਹੌਲੀਆਂ ਕਰਾ ਕੇ ਇੱਥੇ ਬਣਾ ਗੁਰਦੁਆਰਾ। ਆਖੋ ਸੀ ਕਹਿੰਦੇ ਜੇ ਬਣਾਉਣਾ ਹੈ ਤੇ ਮੈਨੂੰ ਕਹਿਣ ਲੱਗੇ ਇੱਥੇ ਬਣਾ। ਪਲਟਾ ਮਾਰਦੇ ਹੁੰਦੇ ਮਹਾਂਪੁਰਸ਼। ਪਰ ਉਹ 3-4 ਜਗ੍ਹਾ ਤੇ ਜਿੱਥੇ ਜਿੱਥੇ ਹੱਥ ਕਰਕੇ ਗਏ ਸੀ ਨਾ ਉੱਥੇ ਹੀ ਬਣਿਆ। ਫਿਰ ਲੰਗਰ ਵੀ ਉੱਥੇ ਬਣਿਆ, ਇਹ ਵੀ ਸਥਾਨ ਉੱਥੇ ਬਣਿਆ, ਆਸ਼ਰਮ ਵੀ ਉੱਥੇ ਬਣਿਆ ਜਿੱਥੇ ਜਾ ਕੇ ਨਜ਼ਰ ਪਾ ਕੇ ਕਹਿੰਦੇ ਹਾਂ ਆਹ ਠੀਕ।
ਕਿਸੇ ਸਮੇਂ ਬਾਬਾ ਨੰਦ ਸਿੰਘ ਜੀ ਇੱਥੇ ਭਗਤੀ ਕਰਦੇ ਰਹੇ ਨੇ। ਆਖੋ ਸ੍ਰੀ ਵਾਹਿਗੁਰੂ। ਫਿਰ ਬਾਬਾ ਜੀ ਚਲੇ ਗਏ ਬਾਹਰ ਆਸਰਾ ਨਦੀ ਦੇ ਉੱਤੇ। ਉੱਚੀ ਜਗ੍ਹਾ ਜ਼ਮੀਨ ਥੱਲੇ ਸੀ, ਸੜਕ ਉੱਚੀ ਸੀ, ਤੇ ਨਿਗਾਹ ਮਾਰ ਕੇ ਕਹਿੰਦੇ ਇਹ ਹੈ ਅਸਥਾਨ ਬਾਬੇ ਮਾਹਰ ਨਾਮ ਸਿੰਘ ਦਾ। ਆਖੋ ਸੀ ਤੇ ਮੈਂ ਕਿਹਾ ਵੀ ਇਹ ਬਾਬਾ ਨੰਦ ਸਿੰਘ ਜੀ ਦਾ ਸਥਾਨ ਇੱਥੇ। ਬਾਬਾ ਜੀ ਕਹਿੰਦੇ ਉਹਨਾਂ ਦਾ ਤਪ ਸਥਾਨ ਹੀ ਪਿਛਲਾ ਇਹ ਬਾਬੇ ਮਾਨ ਨਾਮ ਸਿੰਘ। ਮੈਂ ਕਿਹਾ ਜਿੱਥੇ ਆਏ ਤਾਂ ਹੈ ਨਹੀਂ। ਕਹਿੰਦੇ ਉਹਨਾਂ ਦੇ ਪੂਰਬੜਾ ਤਪ ਸਥਾਨ। ਫਿਰ ਜਦੋਂ ਮੈਂ ਪੜ੍ਹਿਆ ਬਾਬਾ ਜੀ ਦਾ ਇਤਿਹਾਸ ਤੇ ਬਾਬਾ ਜੀ ਪੁੱਛੋ ਵਾਲੇ ਮਾਹਰ ਨਾਮ ਸਿੰਘ ਜੀ ਕਹਿਣ ਲੱਗੇ ਨੰਦਸਾਰ ਨੇ ਸਾਡੇ ਨਾਲ 100 ਜਨਮ ਭਗਤੀ ਕੀਤੀ। ਫਿਰ ਗੁਰੂ ਇਤਿਹਾਸ ਪੜ੍ਹਿਆ। ਗੁਰੂ ਇਤਿਹਾਸ 'ਚ ਆਇਆ ਕਿ ਕਲਗੀਧਰ ਪਾਤਸ਼ਾਹ ਨੇ ਇਕੱਲਿਆਂ ਨੇ ਨਹੀਂ ਭਗਤੀ ਕੀਤੀ, ਨਾਲ 9 ਰਿਸ਼ੀਆਂ ਨੇ ਇੱਥੇ ਤਪ ਕੀਤਾ। ਇਸ ਕਰਕੇ ਇਹਦਾ ਨਾਂ 9 ਨੰਦ ਤੇ ਬਣਿਆ ਨੰਦੇੜ। ਇੱਥੇ 9 ਨੰਦ ਸੀ, 9 ਰਿਸ਼ੀ ਸਨ ਜਿਨ੍ਹਾਂ ਨੇ ਭਗਤੀ ਕੀਤੀ। ਮੈਂ ਕਿਹਾ 9 ਫਿਰ ਇਹੀ ਹੋਣਗੇ ਸਾਰੇ। ਕਲਗੀਧਰ ਪਾਤਸ਼ਾਹ, ਬਾਬਾ ਨਿਧਾਨ ਸਿੰਘ ਦੇ ਲੰਗਰ ਬਣੇ ਆ, ਬਾਬਾ ਜੀ ਬਾਹਰ ਮਾਤਾ ਸਾਹਿਬ ਦੇਵਾਂ ਦਾ ਸਥਾਨ ਹੈ। ਇਵੇਂ ਜਿਹੜੇ ਜਿਹੜੇ ਸਥਾਨ ਇੱਥੇ ਪ੍ਰਗਟ ਹੋਏ ਆ ਨਾ, ਇਹ ਉਹਨਾਂ ਰਿਸ਼ੀਆਂ ਦੀ ਪਰ ਡਿਊਟੀ ਲੱਗਦੀ। ਜਿਵੇਂ ਕਲਗੀਧਰ ਪਾਤਸ਼ਾਹ ਦਾ ਸਥਾਨ ਪ੍ਰਗਟ ਕੀਤਾ, ਮਹਾਰਾਜਾ ਰਣਜੀਤ ਸਿੰਘ ਨੂੰ ਸੇਵਾ ਮਿਲੀ। ਮਾਤਾ ਸਾਹਿਬ ਦੇਵ ਦਾ ਸਥਾਨ ਬਾਬਾ ਧਰਮ ਸਿੰਘ ਦੇ ਮਿੱਤ ਸਿੰਘ ਨੂੰ ਸੇਵਾ ਮਿਲੀ। ਇਹ ਛਾਉਣੀ ਸੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਹੀ ਰਹਿੰਦੇ ਸੀ, ਲੰਗਰ ਸਾਹਿਬ ਵਾਲੀ ਸਥਾਨ ਦੇ। ਇਹਦੀ ਸੇਵਾ ਬਾਬਾ ਨਿਧਾਨ ਸਿੰਘ ਜੀ ਮਹਾਂਪੁਰਸ਼ਾਂ ਦੇ ਹੋਰ ਨਾਲ ਸੰਤ ਮਹਾਂਪੁਰਸ਼ ਉਹਨਾਂ ਦੀ ਝੋਲੀ 'ਚ ਪਈ। ਫਿਰ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੀ ਝੋਲੀ 'ਚ ਪਈ। ਬੰਦਾ ਘਾਟ ਵਾਲੀ ਜਗ੍ਹਾ ਬੰਦੇ ਨੇ ਵੀ ਪਿਛਲੇ ਜਨਮ ਗੁਰੂ ਸਾਹਿਬ ਨਾਲ ਤਪ ਕੀਤਾ ਸੀ। ਕਹਿੰਦੇ ਨੇ ਜਿਹੜਾ ਤੇਰਾ ਕਰਮ ਭਾਗ ਉਹੋ ਹੀ ਗੁਰੂ ਨੇ ਦੇਣਾ ਜਿਹੜਾ ਤੂੰ ਜਮ੍ਹਾਂ ਕਰਾਇਆ। ਜਿਹੜੇ ਜਨਮ ਭਗਤੀ ਕਰ ਕਰਕੇ ਕਿਹਾ ਗੁਰੂ ਤਨ ਵੀ ਤੇਰਾ ਮਨ ਵੀ ਤੇਰਾ ਹਰ ਸਾਹ ਤੇਰਾ, ਤੂੰ ਗੁਰੂ ਕੋਲ ਖਜ਼ਾਨਾ ਆਪਣਾ ਜਮ੍ਹਾਂ ਕਰਾਈ ਜਾਣਾ। ਜਿਹੜੀ ਬੈਂਕਾਂ ਵਿੱਚ ਰਾਸ ਜਮ੍ਹਾਂ ਕਰਾਈ ਹੁੰਦੀ ਉਹੀ ਮਿਲਦੀ। ਫਿਰ ਜਿਨ੍ਹਾਂ ਜਿਨ੍ਹਾਂ ਮਹਾਂਪੁਰਸ਼ਾਂ ਨੇ ਤਪ ਕਰ ਕਰਕੇ ਸੇਵਾ ਕਰ ਕਰਕੇ ਖਜ਼ਾਨੇ ਜਮ੍ਹਾਂ ਕੀਤੇ ਆ ਉਹੀ ਕੰਮ ਆਉਂਦੇ ਆ। ਪੜ੍ਹ ਲਓ, ਜਿਨ੍ਹਾਂ ਕੋਲ ਹੈ ਖਜ਼ਾਨਾ ਹਰੀ ਨਾਮ ਦਾ ਉਹ ਵੱਡੇ ਭਾਗ ਸਾਧੂਆਂ ਦੇ। ਜਿਨ੍ਹਾਂ ਕੋਲ ਹੈ ਖਜ਼ਾਨਾ ਹਰੀ ਨਾਮ ਦਾ ਵੱਡੇ ਭਾਗ ਸਾਧੂਆਂ ਦੇ। ਜਿਨ੍ਹਾਂ ਕੋਲ ਹੈ ਖਜ਼ਾਨਾ ਹਰੀ ਨਾਮ ਦਾ ਵੱਡੇ ਭਾਗ ਸਾਧੂਆਂ ਦੇ। ਕੋਲ ਹੈ ਖਜ਼ਾਨਾ ਹਰੀ ਨਾਮ ਦਾ ਵੱਡੇ ਭਾਗ ਸਾਧੂਆਂ ਦੇ। ਜਿਨ੍ਹਾਂ ਕੋਲ ਹੈ ਖਜ਼ਾਨਾ ਹਰੀ ਨਾਮ ਦਾ ਵੱਡੇ ਭਾਗ ਸਾਧੂਆਂ ਦੇ। ਮਾਂ ਸੰਪੜ ਪਾਠ ਬਹੁਤ ਵੱਡੀ ਭਗਤੀ ਹੈ। ਜਦੋਂ ਤੁਸੀਂ ਬਾਹਰ ਆਉਂਦੇ ਜੇ ਸੰਗਤਾਂ ਫੁੱਲ ਵਰਸਾਉਂਦੀਆਂ, ਇਹ ਭਗਤੀ ਹੈ ਕਿ ਅੰਦਰ ਰਹਿ ਕੇ ਜਿਹੜਾ ਜਪ ਤਪ ਕਮਾਇਆ ਉਹ ਵੱਡਾ ਹੈ। ਇਹਦੇ ਮਾਂ ਸੰਪੜ ਪਾਠ ਦੀ ਮਰਜ਼ਾਦਾ ਹੈ। ਰੌਲ ਤਾਂ ਲਾਉਣੀ ਹੈ ਨਾ। ਆਸਣ ਵੀ ਸੁੱਚਾ ਰੱਖਣਾ ਹੈ, ਉਹਦੇ ਤੇ ਵੀ ਭਗਤੀ ਕਰਨੀ, ਨਾਮ ਜਪਣਾ। ਲੰਗਰ ਵੀ ਨਾਮ ਜਪਦਿਆਂ ਛਕਣਾ ਹੈ, ਬਣਾਉਣਾ ਵੀ ਨਾਮ ਜਪਦਿਆਂ ਹੈ। ਜਿਨ੍ਹਾਂ ਨੇ ਬਣਾਉਣਾ ਹੈ, ਜਿਨ੍ਹਾਂ ਅੰਦਰ ਵਰਤਾਉਣਾ ਹੈ, ਉਹਨਾਂ ਵੀ ਨਾਮ ਜਪਦਿਆਂ ਵਰਤਾਉਣਾ ਹੈ। ਇਹ ਵੀ ਨਾਮ ਹੈ। ਆਸਣ ਤੇ ਪਾਠ ਕਰਨਾ ਉਹ ਵੀ ਨਾਮ ਹੈ। ਉਹਦੀ ਧਿਆਨ ਵਿੱਚ ਸੌਣਾ, ਧਿਆਨ 'ਚ ਉੱਠਣਾ ਨਾਮ ਹੈ। ਉਹਦੇ ਧਿਆਨ 'ਚ ਇਸ਼ਨਾਨ ਕਰਨਾ, ਰੌਲ ਤੇ ਜਾਣਾ, ਸੁੱਚੇ ਬਸਤਰ ਪਾਉਣੇ ਨਾਮ ਹੈ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਜੋ ਅਸੀਂ ਨਾਮ ਦੇ ਅਰਥ ਕਰਦੇ ਹਾਂ ਨਾ,
ਇਹ ਧਰਮ ਅਰਥ ਕਾਮ ਮੋਖ ਹੈ। ਇਹ ਚੌਥਾ ਪਦਾਰਥ ਹੈ ਅਰਥ। जिस अर्थ तू करेगा, परमेश्वर अर्थ करेगा, परमेश्वर परायण करेगा, उन्होंने सौंपेगा, उनके कोल जाएगा। इस करके 24 घंटिया की 11 दिन की भगती है, 24 घंटे की ही ये 21 दिन की भगती। बड़े असी 40-40 दिन वाले पाठ हैगे ने, पर असी रखते नहीं। पाठी सिंह फिर बादे काले पै जाते, कल्पते आ, घरां नूं भजदे आ। 60 दिन का भी पाठ एक बारी कराया सी। महापुरुषां एक माला 5 मिनटां च होंदी, एक 10 च। एक माला ते घंटा लग जाता है। बाबा कुंदन सिंह जी महाराज ने दास नूं हुक्म करके कराई। उस एडे इन्नी वड्डी बाणी सी एक मणके ते कि उस एक माला दे उत्ते 1 घंटा लंघ जाता। 108 पाठ हुंदा करना ते घंटे तो भी वध समा लगदा। ये जिन्ना तू नाम धन जमा कर लेंगा ना भाई, खजाना ये पट ला। सानू बाबा जी कहते सी, बाबा ईश्वर सिंह जी, कि सानू खजाना जिहड़ा मिलिया ना प्यो दादे परदादे दा, ते आपदी सारी पीढ़ी दा नखड़ दादे 10 पातशाहियां दा खजाना, ते बाबा प्यो ते दादे दा खजाना कहते सी बाबा ईश्वर सिंह। 10 पातशाहियां दा खजाना सानू मिलिया है। सानू 10 पातशाहियां दा खजाना मिलिया है। धन धन श्री गुरु ग्रंथ साहिब जी ते बाबे महानाम सिंह दा, बाबे नंद सिंह दा खजाना मिलिया है, जिंदी तोड़ ही नहीं आती, वध हो ही जाता है। ये साध संगत मिल नाम जपो, दसवंध कढो, अमृत वेले उठो, इशनान करो। कहते जी सारियां तो वड्डे शाहूकार ते सारियां तो वड्डे सूरमे किहड़े आ? सब तो वड्डा भगत किहड़ा है? सब तो वड्डा दानी किहड़ा है? दाता। सब तो वड्डा दानी किहड़ा है? सब तो वड्डा सूरमा किहड़ा? योधा, लड़ाइयां करने वाला। सब तो वड्डा भगत। जन्नी जने ता भगत जन, कह दाता कह सूर। जा दा जम्मे भगत, जा जम्मे दानी नू, जा जम्मे सूरमे नू, एवें आपदा रूप ना गुआवे। नहीं तो जन्नी बांझ रहे काहे गुआवे नूर। ये बांझ ही रवे, बच्चा जम्मे ही ना। जे जम्मे तो जा तो भगत होवे, जा सूरमा होवे, जा दानी। मेरे सतगुरु जी सानू दसो दानी केड़ा है, सूरमा केड़ा है, भगत केड़ा है? सतगुरु गुरु ग्रंथ साहिब समझाउंदे आ कि सवाही सलाहा जिन्नी ध्याया एक मन, सेई पूरे शाह। कहंदे जी ये शाहूकार किवें आ? जेड़े अमृत वेले उठते आ, नाम जपदे, वो शाहूकार किवें आ? कहंदे नाम धन उन्हां कोल है, नाम धन असली। किन्ही वंजिया कांसी तांबा, किन्ही लोम सपारी, संतो वंजिया नाम गोविंद का, ऐसी खेप हमारी, हर के नाम के व्यापारी। उन्हां कोल नाम धन दा खजाना है, ते वड्डे शाहूकार ने। कहंदे फिर दानी तो हो गए, शाहूकार तो हो गए, ते फिर जी वो सूरमे किवें आ? कहंदे वखते उपर लड़ मुए, वखते उपर लड़ मुए, ते सूरमे किवें आ? कहंदे सूरमे किवें आ? कहंदे वखते उपर लड़ मुए, ते सूरमे किवें आ? कहंदे वखते उपर लड़ मुए, ते सूरमे किवें आ? कहंदे सूरमे किवें आ? कहंदे वखते उपर लड़ मुए, ते सूरमे किवें आ? कहंदे वखते उपर लड़ मुए,
ਵਕਤ ਦੇ ਉੱਪਰ ਲੜ ਕੇ ਵਕਤ ਸੰਭਾਲਣਾ ਇਹੀ ਸੂਰਮਾ। ਕਹਿੰਦੇ ਕਿਸੇ ਨੂੰ ਲੁੱਟ ਖਸੁੱਟ ਕਰਤੀ ਸੂਰਮਾ ਥੋੜਾ ਹੈ। ਐਵੇਂ ਚੰਡੀਗੜ੍ਹ ਤੇ ਕੋਈ ਸੂਰਮਗਤੀ ਥੋੜਾ ਕਿਸੇ ਤੋਂ ਖੋਹ ਕੇ ਮਾਰ ਕੇ ਲੈ ਆ। ਕਹਿੰਦੇ ਸੂਰਮਾ ਤਾਂ ਉਹ ਹੀ ਜਿਹੜਾ ਆਲਸ ਨਾਲ ਲੜਦਾ ਹੈ, ਦਲਿੱਦਰ ਨਾਲ ਲੜਦਾ ਹੈ, ਮਨ ਦੀਆਂ ਵਾਸ਼ਨਾ ਦੇ ਨਾਲ ਲੜਦਾ ਹੈ ਤੇ ਲੜ ਕੇ ਤਗੜਾ ਹੋ ਕੇ ਉੱਠ ਕੇ ਨਾਮ ਜਪਦਾ ਹੈ, ਸੰਗਤ ਕਰਦਾ ਹੈ। ਉਹ ਸੂਰਮਾ ਹੈ। ਵਕਤ ਦੇ ਉੱਪਰ ਲੜਦਾ ਕਿ ਮੇਰਾ ਵਕਤ ਹੋ ਗਿਆ ਹੈ, ਇਹ ਨਾ ਨਿਕਲ ਜਾਵੇ। ਬੜੋ ਸਮੋ ਸਿਮਰਨ ਕੀ ਬਰੀਆ। ਕਹਿੰਦੇ ਸੂਰਮਾ ਅਸਲੀ ਸੂਰਮਾ ਗੁਰ ਸਿੱਖੇ, ਅਸਲੀ ਸੂਰਾ ਗੁਰ ਸਿੱਖੇ ਸੂਰਾ। ਜਿਹੜਾ ਕਿ ਵਿਕਾਰਾਂ ਨਾਲ ਲੜਿਆ, ਕਾਮ ਕ੍ਰੋਧ ਲੋਭ ਹੰਕਾਰ ਬਲਾਵਾਂ ਦੂਜੀਆਂ ਨਾਲ ਲੜਿਆ, ਨੀਂਦਰ ਨਾਲ ਲੜਿਆ, ਵਕਤ ਦੇ ਉੱਪਰ ਛਾਲ ਮਾਰ ਕੇ ਉੱਠ ਕੇ ਗੁਰੂ ਦੇ ਚਰਨਾਂ 'ਚ ਬਹਿ ਗਿਆ। ਸੂਰਮਾ ਵੀ ਅੰਮ੍ਰਿਤ ਵੇਲੇ ਉੱਠਣ ਵਾਲਾ ਹੈ, ਭਗਤੀ ਕਰਨ ਵਾਲਾ। ਭਗਤ ਤਾਂ ਹੈਗਾ ਹੀ ਹੈ। ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਭਗਤੀ ਕਰਦਾ ਜੀ, ਭਗਤ ਤਾਂ ਹੈਗਾ ਏ, ਪਰ ਸੂਰਮਾ ਕਿਵੇਂ ਆ, ਦਾਨੀ ਕਿਵੇਂ ਆ? ਦਾਨੀ ਉਹ ਸ਼ਾਹੂਕਾਰ ਕਿਵੇਂ ਆ? ਸ਼ਾਹੂਕਾਰ ਉਹ ਤਾਂ ਏ ਕਿ ਉਹ ਅੰਮ੍ਰਿਤ ਵੇਲੇ ਧਨ ਇਕੱਠਾ ਕਰਦਾ ਹੈ। ਕਹਿੰਦੇ ਕੌਣ ਵੱਡਾ ਮਾਇਆ ਵਡਿਆਈ? ਨਹੀਂ ਜੀ, ਸੋ ਵੱਡਾ ਜਿਸ ਰਾਮ ਲੈ ਬੁਲਾਈ। ਹਮਰਾ ਧਨ ਮਾਧੋ ਗੋਬਿੰਦ ਧਰਨੀ ਧਰਮ। ਕਹਿੰਦੇ ਉਹ ਬਾਦਸ਼ਾਹ ਤੂੰ ਅਮੀਰ ਬਹੁਤ ਹੈ ਨਾ, ਤੇਰੇ ਕੋਲ ਹਾਥੀ ਘੋੜੇ ਫੌਜਾਂ ਬਹੁਤ ਨੇ ਨਾ। ਕਹਿੰਦੇ ਅਸੀਂ ਤੇਰੇ ਨਾਲੋਂ ਅਮੀਰ ਹਾਂ। ਕਿਵੇਂ ਤੁਸੀਂ ਅਮੀਰ ਜੇ? ਫਕਰ ਨੰਗੇ ਪੈਰੀ ਤੁਰਨ ਵਾਲੇ, ਜਿਹੋ ਜਿਹੇ ਕੱਪੜੇ ਮਿਲ ਗਏ ਪਾ ਲਏ, ਜਿਹੋ ਜਿਹੀ ਰੋਟੀ ਮਿਲ ਗਈ ਖਾ ਲਈ, ਤੁਸੀਂ ਕਿਧਰੋਂ ਦੇ ਜੇ? ਕਹਿੰਦੇ ਕਹੇ ਕਬੀਰ ਮਦਨ ਕੇ ਮਾਤੇ, ਐ ਮਾਇਆ ਦੇ ਵਿੱਚ ਮਸਤ ਹੋਇਆ ਬਾਦਸ਼ਾਹ ਸੁਣ। ਹਿਰਦੇ ਦੇਖ ਵਿਚਾਰੀ, ਹਿਰਦੇ 'ਚ ਵਿਚਾਰ ਕੇ ਦੇਖ ਲਾਓ। ਤੁਮ ਕਰ ਲੱਖ ਕੋਟ ਅਸਵਸਤੀ, ਤੇਰੇ ਘਰ ਲੱਖਾਂ ਹਾਥੀ ਘੋੜੇ ਤੇ ਫੌਜਾਂ ਨੇ। ਹਮ ਕਰ ਏਕ ਮਰਾਰੀ, ਅਸੀਂ ਸ਼ਾਹੂਕਾਰ ਹਾਂ, ਅਸੀਂ ਰਾਜੇ ਹਾਂ। ਸਾਡੇ ਕੋਲ ਇੱਕ ਰੱਬ ਏ, ਇਹ ਰੱਬ ਦੀ ਦਿੱਤੀ ਮੈਲ ਏ ਥੋੜੀ ਜੀ ਜਿਹੜੀ ਤੇਰੇ ਕੋਲ। ਹੁਕਮ ਹਾਸਲ ਕਰੀ ਬੈਠਾ ਨਾਨਕਾ ਸਾਵਾਓ, ਥੋੜੀ ਜੀ ਹਵਾ ਭਰੀ ਬੈਠਾ, ਹੋਰ ਕੀ ਹੈ? ਹਵਾ ਹੀ ਇਹ ਰਾਜੇਪਣ ਦੀ। ਕਹਿੰਦੇ ਜਿਹੜਾ ਸਾਡਾ ਧਨ ਹੈ ਨਾ ਬਾਦਸ਼ਾਹ, ਇਹ ਇੰਨਾ ਕੀਮਤੀ ਏ। ਹਮਰਾ ਧਨ ਮਾਧੋ ਗੋਬਿੰਦ ਧਰਨੀ ਧਰਮ। ਇਹ ਸਾਰ ਧਨ ਕਹੀਏ, ਮੇਰਾ ਧਨ ਜਿਹੜਾ ਹੈ, ਮੇਰਾ ਮਾਧੋ, ਮੇਰਾ ਗੋਬਿੰਦ, ਮੇਰਾ ਇਸ ਧਰਤੀ ਦਾ ਮਾਲਕ ਸੱਚਾ ਰੱਬ, ਮੇਰਾ ਉਹ ਧਨ ਮੇਰੇ ਨਾਲ ਏ, ਨਾਮ ਧਨ। ਇਹ ਸਾਰ ਧਨ ਕਹੀਏ। ਪਰ ਬਾਦਸ਼ਾਹ ਜਿਹੜਾ ਸੁਖ ਗੁਰੂ ਗੋਬਿੰਦ ਦੀ ਸੇਵਾ ਵਿੱਚ, ਉਹ ਸੁਖ ਰਾਜ ਵਿੱਚ ਨਹੀਂ ਮਿਲਦਾ। ਤੂੰ ਦੁਖੀ ਏ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕੋ ਨਾਮ ਜਪਤ ਹੋਏ ਸੁਖੀਆ। ਤੂੰ ਤਾਂ ਲੋਕਾਂ ਤੋਂ ਵੀ ਦੁਖੀ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਈਏ। ਗੁਰ ਸਿੱਖਾਂ ਨੇ ਮਹਾਂਪੁਰਖਾਂ ਨੇ ਰਾਜ ਠੁਕਰਾ ਦੇ। ਝੋਲੀ 'ਚ ਨਹੀਂ ਪਵਾਏ ਜੀ, ਮੈਂ ਨਹੀਂ ਲੈਣਾ। ਮੈਨੂੰ ਆਪਦੇ ਚਰਨਾਂ 'ਚ ਰੱਖੋ, ਆਖੋ ਸ੍ਰੀ। ਮੈਨੂੰ ਆਪਦੀ ਸੇਵਾ 'ਚ ਰੱਖੋ। ਮੈਂ ਨਹੀਂ ਰਾਜ ਭਾਗ ਲੈਣੇ। ਮੈਨੂੰ ਤੁਹਾਡੇ ਚਰਨਾਂ ਦਾ ਸੁੱਖ ਜਿਹੜਾ ਹੈ ਨਾ, ਉਹ ਨਹੀਂ ਲੱਭਦਾ।
जो सुख प्रभ गोबिंद की सेवा सो सुख राज ना ली। जदों इहो जिहियां घड़ियां मिलन फिर समा ना खुंजिया करो, बेला ना गवाया करो, संभाल लिया करो। कि 10-20 दिनां नाल की हुंदा है, 20-25 दिनां नाल की हुंदा है? खुशियां लेके पर संता झोलियां च पो, वो काम आए। कलयुग जोरां शोरां ते बीमारी तेज तो तेज होई जाती है, ते नाम भी संगतां ने ਵੱਧ ਤੋਂ ਵੱਧ ਜਪਣਾ है। ਹੁਣ ਹੁਕਮਨਾਮੇ ਦਾ ਸਮਾਂ है ਤੇ ਫਿਰ ਪਾਠ ਹੋਏਗਾ, ਸਾਰਿਆਂ ਨੇ ਕਰਨਾ है। ਆਸਾ ਦੀ ਵਾਰ ਦੇ ਭੋਗ ਅਰਦਾਸ ਸਭ ਨੇ ਸ਼ਾਮਲ ਹੋਣਾ है। ਗੁਰੂ ਸਾਹਿਬ ਮਿਹਰ ਕਰਨ। ਫਿਰ ਅਗਲਾ ਪ੍ਰੋਗਰਾਮ ਲਿਖਿਆ ਜਾਏਗਾ। ਜਿੰਨਾ ਜਾਣਾ है ਉਹਨਾਂ ਨੂੰ ਆਗਿਆ ਹੈ, ਜਿੰਨਾ ਰਹਿਣਾ ਹੈ ਉਹਨਾਂ ਨੂੰ ਫਿਰ ਕੋਈ ਨਾ ਕੋਈ ਸੇਵਾ ਬਖਸ਼ੀ ਜਾਏਗੀ। ਤੇ ਸਮਾਂ ਵਕਤ ਨਾ ਗਵਾਇਆ ਕਰੋ ਜਦੋਂ ਮਿਲਣੇ ਘੜੀਆਂ। ਕਹਿੰਦੇ ਰਾਜ ਨੂੰ ਠੁੱਡਾ ਮਾਰ ਦੇ, ਪਰ ਸੰਤਾਂ ਦੀ ਸੇਵਾ ਦਾ ਮੌਕਾ ਨਾ ਗਵਾਵੇਂ। ਸੋ ਸੁਖ ਰਾਜ ਨਾ ਲਈਏ। ਕੁਝ ਵੀ ਮਿਲਦਾ ਹੋਵੇ ਸਮਾਂ ਨਾ ਗਵਾਈ। एक बाबा जी को बड़ा कीर्तन करता सी सवेरे शाम। बाबा जी कहते धन बड़ा वड्डा ही। कहता जी साडा पैसा निकल आया पिछला, मैनू सैन करके माया मिलनी है। साड़ी जमीन पैसा निकल आया मेरे, तो मैनू सैन करने पैने, जाना पैना। बाबा जी कहते कीर्तन की ड्यूटी ना छड़ के जा संता सिया, ये खजाना बहुत वड्डा ही। वो तो तेनू हुण दी कोई जमीन पैसा कोई तेरा पिछला आ गया, कोई जेला कटिया, कोई जो माया आई है थोड़ी है, आप बात ही ज़्यादा है, एक दिन दी भी बहुत ज़्यादा है। ये ना छड्ड। वो फिर ना करके मुड़ के मां नूं सद लिया, होरां नूं सद लिया। बाबा जी कोल बेनतियां कराउण लग पिया। बाबा जी ने अच्छा बई जा हुण तेरे माड़े कर्म चंगे कर्म तेरे साडे कोल खिच के लियाए सी संता सिया, हुण तैनूं माड़े कर्म खिचदे पए। ये ड्योड़ियां हथों निकल जाणियां। इत्थे सेवा ते लग्या करके जिन्नियां बीमारियां दुख विपता तेरे तो परे खड़ियां होईयां ने, पर खड़ियां अजे गईयां नहीं किते। जद तू छड्डेगा तेनू फिर चंबड़ जानियां, फिर तू सेवा कीर्तन ते आ नहीं सकेगा, तेनू आउण नहीं देणगियां। बस वही हाल होया। चला देती आ गया। बाबा जी ने कहा भी एक तेनू समा देने कि जिन्ना पैसा धन मिले ना उहदे नाल चंबड़ी ना चुप करके माँ बाप नूं दे के मुड़ आई। इन्ने चिच तां असीं तेरे नाल आ। जे तू माया नूं चंबड़ गया ते साडा भी साथ टुट जाना। फिर आखो सी वो जाके माया नूं चंबड़ गया भी इंज करना है, इत्थे लाउणी, आ करना, आ बनाउणा है, आ लैना है, पोथियां लैणियां, किताबां लैणियां, ग्रंथ बड़े बड़े खरीद ले, कई चीज़ां खरीद लियां भी बाबा जी को लैके जावांगा। वो माया नूं चंबड़ गया। बाबा जी ने कहा सी भी जाके सैन करके माया सिट के आ जी, बस वेखी ना उहदे हाल। पर ना सिर छड्डिया, पोथियां दी पंड बन के लाया। बाबा जी कहते संता सिया इन्हां नूं संस्कार कर दे। इत्थे की करनी सी? इत्थे नाम धन जपिया जांदा है, स्वास स्वास सिमरनी। इत्थे पोथियां की करनी सी? जवाक पढ़ाउणे। सिमरत वेद प्राण पकारन पोथियां, वो तो पकार दे आ। नाम बिना सब कूड़ गल ही होशी। नाम ही वड्डा, नाम वचन मन्निया। बाबा जी कहे संस्कार करके लग जा कीर्तन की ड्यूटी। नहीं जी बहुत महंगिया ने, बहुत ज्ञान इन्हां च चक्की। फिर ज्ञान ध्यान आपदे
ਤੈਨੂੰ ਦਰਗਾਹ ਦੀ ਸੇਵਾ ਇੱਥੇ ਰੱਬ ਦੀ। ਘਰੇ ਉੱਥੇ ਲੈ ਗਿਆ ਪੋਥੀਆਂ ਗੁਰਦੁਆਰੇ 'ਚ ਉੱਥੇ ਰੱਖ ਦਿੰਦੇ ਆਪਦੇ ਪਿੰਡ ਮਾਸ਼ੀ ਕੇ ਬਾਹਰ ਇਤਿਹਾਸਕ ਗੁਰਦੁਆਰਾ ਉੱਥੇ ਰੱਖ ਦਿਆਂਗੇ। ਬਸ ਚੱਕਰਾਂ 'ਚ ਪੈ ਗਿਆ। ਸੰਗਰੈਣੀ ਬਿਮਾਰੀ ਦੁੱਖ ਤਕਲੀਫ ਚੰਬੜ ਗਏ। ਫਿਰ ਘਰੋਂ ਨਹੀਂ ਆ ਸਕਿਆ। ਇੱਕ ਬਿਮਾਰੀ ਦੂਜੀ ਤੋਂ ਤੀਜੀ। ਬਸ ਫਿਰ ਅਖੀਰ ਮੰਜੇ ਜੋਗਾ ਹੀ ਰਹਿ ਗਿਆ। ਪਹਿਲੋਂ ਮਰ ਗਿਆ ਸੀ ਤੇ ਬਾਬਾ ਜੀ ਨੇ ਸੇਵਾਦਾਰ ਭੇਜ ਕੇ ਆਖਿਆ ਆਵਾਜ਼ ਮਾਰ ਉਹਨੂੰ, ਤੇ ਅੱਗੋਂ ਮੁੜ ਕੇ ਆਇਆ। ਫਿਰ ਬਾਬਾ ਜੀ ਅੱਗੋਂ ਮੋੜ ਕੇ ਲਿਆਏ ਤੇ ਕੀਰਤਨ ਕਰਵਾਇਆ। ਕਹਿੰਦੇ ਸਾਡੇ ਤੋਂ ਬਾਅਦ ਜਾਣਾ ਤੂੰ। ਮਹਾਂਪੁਰਖਾਂ ਦੇ ਬਚਨ ਮੋੜ ਹੀਰੇ, ਇਹ ਨਹੀਂ ਮੈਂ ਪੱਲੇ ਬਣ ਸਕੀ ਆਖੋ ਸੀ। ਜੇ ਜਾਣਾ ਨਹੀਂ ਸੀ ਰਹਿਣੀ ਦੁਨੀਆ ਹੋ ਪੈਂਦੀ ਏ ਕੋਲੇ। ਜਾਂ ਧਰਦੀ ਸਿਰ ਸੰਤਾਂ ਚਰਨੀ ਲੜ ਬਣਦੀ ਬਚਨ ਮੋਲੇ। ਸੰਤਾਂ ਦੇ ਬਚਨ ਪੱਲੇ ਬਣੀ ਜਾਂਦੀ। ਜੇ ਕਿਤੇ ਮੈਨੂੰ ਪਤਾ ਹੁੰਦਾ ਵੀ ਕੱਖ ਵੀ ਨਹੀਂ ਸੰਸਾਰ ਵਿੱਚ ਰਹਿਣ ਵਾਲਾ, ਕੱਖ ਵੀ ਸੁੱਖ ਨਹੀਂ, ਕੁਝ ਵੀ ਨਹੀਂ ਦੁਨੀਆ ਦਾ, ਤੇ ਮੈਂ ਬਚਣੀ ਪੱਲੇ ਬਣਨੇ ਸੀ। ਬਾਬਾ ਜੀ ਦੇ ਬਚਨ ਗਏ ਹੱਥੋਂ ਤੇ ਜ਼ਿੰਦਗੀ ਰੁੜ ਗਈ। ਮੰਜੇ ਤੇ ਪਾ ਕੇ ਲੈ ਗਿਆ। ਹੁਣ ਕਿੱਥੋਂ ਕੀਰਤਨ ਕਰੇ? ਨਾ ਕਿਰਿਆ ਹੱਥ ਵਿੱਚ, ਨਾ ਸਰੀਰ ਹੱਥ ਵਿੱਚ। ਬਾਬਾ ਜੀ ਨੇ ਕਿਹਾ ਸੀ ਇਹ ਮਾਇਆ ਤੈਨੂੰ ਲੈ ਜਾਏਗੀ ਰੋੜ ਕੇ ਭਾਈ। ਇਹ ਡਿਊਟੀਆਂ ਸੱਚਾ ਧਨ ਕੀਰਤਨ ਇੱਥੇ ਕਾਲ ਨਹੀਂ ਆਉਂਦਾ। ਇੱਥੇ ਧਰਮਰਾਜ ਕਹਿੰਦਾ ਨਾ 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 ਜਮਦੂਤੋ ਨਾ ਜਾਇਓ ਕੀਰਤਨ ਦੇ ਨੇੜੇ, ਨਾ ਹੋ ਨਾ ਤੂੰ ਨਹੀਂ ਛੁੱਟੇ ਨਿਕਟ ਨਾ ਜਾਈਓ ਦੂਤ। ਇੱਥੇ ਤਾਂ ਕੋਈ ਦੁੱਖ ਨਹੀਂ ਆ ਸਕਦਾ। ਕਿਲੇ ਵਿੱਚ ਆਪਾਂ ਗੁਰੂ ਸਾਡੇ ਨਾਲ। ਬਾਹਰ ਜਾਵਾਂਗੇ ਤੇ ਮਰਾਂਗੇ ਜ਼ਰੂਰ, ਭੂਰ ਜ਼ਰੂਰ ਦੁੱਖ ਤਕਲੀਫਾਂ ਚੰਬੜਨਗੀਆਂ। ਘੇਰਿਆ ਗਿਆ। ਫਿਰ ਜਿਹੜੀਆਂ ਮੁਸ਼ਕਲਾਂ ਜਿਹੜੇ ਦੁੱਖ ਤਕਲੀਫਾਂ ਬਾਬਾ ਜੀ ਨੇ ਦੂਰ ਕੀਤੇ ਸੀ ਨਾ, ਉਹ ਹੁਣ ਫਿਰ ਤੂੰ ਵਿਸਰੇ ਤੇ ਸਭ ਕੋ ਲਾਗੂ। ਉਹ ਮੈਨੂੰ ਚੰਬੜ ਗਏ ਆ ਕੇ। ਫਿਰ ਥੋੜਾ ਜਿਹਾ ਤੂੰ ਮਾਲਕਾ ਵਿਸਰਿਆ ਹੈ, ਤੇਰਾ ਨਿਤਨੇਮ ਛੁੱਟਿਆ ਹੈ, ਤੇਰੇ ਨਾਲ ਥੋੜਾ ਜਿਹਾ ਮਨ ਕਲਪ ਕੇ ਪਿੱਛੇ ਫਰਕ ਪੈ ਗਿਆ ਹੈ। ਹੁਣ ਉਹ ਬਿਮਾਰੀਆਂ ਸਾਰੀਆਂ ਆਣ ਚੰਬੜੀਆਂ ਮੈਨੂੰ। ਉਹਨਾਂ ਨੇ ਘੇਰ ਲਿਆ। ਕਾਲਜੂਗ ਖੜਾ ਹੈ ਫੌਜਾਂ ਲੈ ਕੇ। ਕਹਿੰਦੇ ਤੂੰ ਨਿਕਲ ਬਾਹਰ ਸੀ, ਮੈਂ ਉਡਾ ਦਿਆਂਗਾ ਤੈਨੂੰ। ਬਚੇ ਆ ਤੇ ਗੁਰੂ ਦੇ ਕਿਲੇ ਵਿੱਚ ਹੀ ਬਚੇ ਹੋਏ ਆ। ਸਾਧ ਸੰਗਤ ਮੇ ਰਹਿਣਾ, ਸਾਧ ਸੰਗ ਵਿੱਚ ਰਹਿਣਾ ਹੈ, ਨਾਮ ਜਪਣਾ ਹੈ। ਹਰ ਜਸ ਗਾਇਓ ਸੰਜ ਨਾਮ, ਹਰ ਜਸ ਗਾਇਓ ਸੰਤ ਸਤਿ ਨਾਮ।